ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਵਾਸ਼ਿੰਗਟਨ ਪੋਸਟ ਵਿੱਚ ਕੈਨੇਡਾ ਵਾਸੀ ਪ੍ਰਸਿੱਧ ਲੇਖਕ ਰੂਪੀ ਕੌਰ ਦਾ ਇੱਕ ਆਰਟੀਕਲ ਭਾਰਤ ਵਿੱਚ ਚੱਲ ਰਿਹਾ ਹੈ ਜਿਹੜਾ ਕਿਸਾਨ ਸੰਘਰਸ਼ ਬਾਰੇ ਛਪਿਆ ਹੈ। ਸੋ ਇਸ ਲਿਖਤ ਵਿੱਚ ਉਹਨਾਂ ਨੇ ਪੰਜਾਬ ਦੇ ਅਨਖੀ ਇਤਿਹਾਸ, ਸਿੱਖ ਕੌਮ ਵੱਲੋਂ ਜ਼ਾਲਮਾਂ ਨੂੰ ਵੰਗਾਰਨ ਦਾ ਜਿਹੜਾ ਜਜ਼ਬਾ ਅਤੇ ਮੋਦੀ ਸਰਕਾਰ ਦੀਆਂ ਅਕਲੀਤਾਂ ਦੇ ਖਿਲਾਫ ਨੀਤੀਆਂ ਦਾ ਬੜੇ ਹੀ ਸੋਹਣੇ ਅੰਦਾਜ਼ ਵਿੱਚ ਜਿਹੜਾ ਉਹ ਖੁਲਾਸਾ ਕੀਤਾ ਹੈ। ਸੋ ਹਿੰਦੂਤਵੀਆਂ ਨੇ ਇਸ ਲਿਖਤ ਤੇ ਕਿੰਨਾ ਜ਼ਹਿਰ ਉਗਲਿਆ ਹੈ, ਇਹ ਆਰਟੀਕਲ ਦੇ ਥੱਲੇ ਜਿਹੜੇ ਦਿੱਤੇ ਗਏ ਕਮੈਂਟਸ ਨੇ ਉਸ ਨੂੰ ਪਤਾ ਲੱਗਦਾ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? देखो, बहुत वार जदों कोई लोक लहर बन जाती है जिस दी चेतना, जिस दी अवेकनिंग घर घर गली गली मुहल्ले मुहल्ले च पहुंच जाती है, बिल्कुल, तो फिर उस दौर दे विच ਸਾਹਿਤ लिटरेचर भी रचिया जाता है, पोम्स भी आंदियां ने, वारां भी साडी जिहड़ी कल्चर दा हिस्सा है। और तुसीं उहदा जलवा सारे ही 4-5 पॉइंट्स दे उत्ते जिथे ਲੱਖਾਂ ਕਿਸਾਨ ਜਿਨ੍ਹਾਂ 'ਚ ਮੈਜੋਰਟੀ ਸਿੱਖ ਨੇ ਉੱਥੇ ਡੇ ਐਂਡ ਨਾਈਟ ਰਾਤ ਨੂੰ ਵੀ ਜਿਹੜਾ ਚੱਲ ਰਿਹਾ ਹੁੰਦਾ ਹੈ ਔਰ ਪੂਰਾ ਫੋਕਲੋਰ ਨਵੀਆਂ ਸਿੱਠਣੀਆਂ ਬਣ ਗਏ, ਗੀਤ ਬਣ ਗਏ ਔਰ ਉਹ ਸਾਰਿਆਂ ਨੂੰ ਚੱਲ ਰਿਹਾ। ਔਰ ਈਵਨ ਬਾਹਰੋਂ ਆਪਣੇ ਬੱਚੇ ਬੱਚੀਆਂ ਛੱਡ ਕੇ ਸਭ ਕੁਝ ਉੱਥੇ ਜਾ ਕੇ ਆਪਣੀ ਹਾਜ਼ਰੀ ਲਵਾ ਰਹੇ ਨੇ। ਬਿਲਕੁਲ ਇਸ ਦਾ ਅਸਰ ਅਸੀਂ ਬਾਹਰਲੇ ਮੀਡੀਆ 'ਚ ਵੀ, ਬੇਸ਼ੱਕ ਉੱਥੇ ਗੋਦੀ ਮੀਡੀਆ ਨੇ ਖਬਰਾਂ ਗਾਇਬ ਕੀਤੀਆਂ ਹੋਈਆਂ, ਪਰ ਵਾਸ਼ਿੰਗਟਨ ਪੋਸਟ, ਨਿਊਯਾਰਕ ਟਾਈਮਸ, ਗਾਰਡੀਅਨ, ਈਵਨ BBC, ਇਹਨਾਂ ਸਾਰਿਆਂ 'ਚ ਕਾਫੀ ਕਵਰੇਜ ਹੈ। ਔਰ ਹੁਣ ਤਾਂ ਪਾਕਿਸਤਾਨੀ ਮੀਡੀਆ ਨੇ ਸਭ ਨੂੰ ਪਿੱਛੇ ਛੱਡ ਦਿੱਤਾ ਔਰ ਉਹਨਾਂ ਦੇ ਸਾਰੇ ਮੇਨ ਚੈਨਲ ਹੀ ਨਹੀਂ। ਮੈਂ ਹਾਲਾਂਕਿ ਜਿਹੜੇ ਬਡਿੰਗ ਜਰਨਲਿਸਟ ਨੇ ਯੰਗ, ਉਹਨਾਂ ਦਾ ਹੁੰਦਾ ਹੈ ਕਿ ਜੀ ਅਸੀਂ ਆਪਣੇ YouTube ਚੈਨਲ ਨੇ, ਹਾਲਾਂ ਉਹ ਮੇਨ ਨੈਟਵਰਕਸ ਨਾਲ ਵੀ ਕੰਮ ਕਰਦੇ ਨੇ, ਤੇ ਮੈਂ ਉਹਨਾਂ ਨੂੰ ਵੀ ਜਿੰਨਾ ਮੇਰੇ ਕੋਲ ਵਕਤ ਹੁੰਦਾ ਹੈ, ਹਾਲਾਂ ਮੈਂ ਹਰ ਇੱਕ ਨੂੰ ਮੋਬਿਲਾਈਜ਼ ਨਹੀਂ ਕਰ ਸਕਦਾ ਔਰ ਮੇਰੇ 2-3 ਇਸ ਕਿਸਮ ਦੇ ਇੰਟਰਵਿਊ ਯੰਗ ਜਰਨਲਿਸਟ ਦੇ YouTube ਚੈਨਲ ਤੇ ਮੈਂ ਦਿੱਤੇ ਨੇ, ਕਿਉਂਕਿ ਮੈਨੂੰ ਹੁੰਦਾ ਵੀ ਇਹ ਅੱਜ ਯੰਗ ਨੇ, ਅੱਜ ਬੇਸ਼ੱਕ ਉਹਨੇ ਵੱਡੇ ਗੁਰਗੇ ਨਹੀਂ ਨੇ, ਲੇਕਿਨ ਇਹ ਉਹਨਾਂ ਦੀ ਦਿਲਚਸਪੀ ਹੈ ਸਿੱਖ ਇਸ਼ੂ ਦੇ ਉੱਤੇ ਵੀ, ਸਾਂਝਾਂ ਦੇ ਉੱਤੇ ਵੀ। ਔਰ ਆਉਣ ਵਾਲੇ ਪੀਰੀਅਡ ਦੇ ਵਿੱਚ ਜਦੋਂ ਇਹ ਜ਼ਿੰਦਗੀ 'ਚ ਗਰੋ ਹੋਣਗੇ, ਇਹਨਾਂ ਨੂੰ ਯਾਦ ਵੀ ਹੋਏਗਾ ਵੀ ਇਹਨਾਂ ਨੇ ਆਪਣਾ ਕਰੀਅਰ ਕਿੱਥੋਂ ਸ਼ੁਰੂ ਕੀਤਾ ਸੀ ਜਾਂ ਪਪੂਲੈਰਿਟੀ ਜਾਂ ਫੇਮ ਤੱਕ ਪਹੁੰਚਦੇ ਆ ਕਿਹੜਾ ਸਫ਼ਰ ਉਹਨਾਂ ਨੇ ਤੈਅ ਕੀਤਾ। ਸੋ ਮੈਂ ਜਿਨ੍ਹਾਂ ਨੂੰ ਨਹੀਂ ਰਿਸਪੌਂਡ ਕਰ ਪਾਉਂਦਾ, ਮੈਂ ਮਾਫੀ ਵੀ ਚਾਹੁੰਦਾ। ਦਿਨ 'ਚ 24 ਘੰਟੇ ਹੁੰਦੇ ਨੇ, ਕਾਸ਼ 36 ਹੁੰਦੇ ਤੇ ਮੈਂ 36 ਵੀ ਮੈਨੂੰ ਕੰਮ ਕਰਕੇ ਖੁਸ਼ੀ ਹੁੰਦੀ। ਔਰ ਇਸ ਸਾਰੇ ਦੌਰ 'ਚ ਜਦੋਂ ਕੋਈ ਵੀ ਲਿਖਤ ਇਸ ਹੱਦ ਤੱਕ ਜਾਂਦੀ ਹੈ, ਕਿਉਂਕਿ ਇਹ ਗੱਲ ਡਾਕਟਰ ਅੰਬੇਦਕਰ ਜਿਹੜੇ ਵੱਡੇ ਦਲਿਤਾਂ ਦੇ ਲੀਡਰ ਹੋਏ ਔਰ ਉਹਨਾਂ ਦਾ ਕਹਿਣਾ ਸੀ ਕਿ ਜਦੋਂ ਵੱਡ ਗਿਣਤੀ ਮੈਜੋਰਿਟੀ ਨੂੰ ਖੁਸ਼ੀ ਹੋਏ ਮਿਲੇ ਜਾਂ ਖੁਸ਼ ਹੋਣ ਤੇ ਸਮਝੋ ਕਿ ਅਕਲੀਅਤਾਂ ਦਾ, ਘੱਟ ਗਿਣਤੀਆਂ ਦਾ ਬੇੜਾ ਗਰਕ ਹੋ ਰਿਹਾ, ਤੇ ਜੇ ਇਹਨਾਂ ਨੂੰ ਦੁੱਖ ਹੋਏ ਚੀਕਾਂ ਮਾਰਨ, ਸਮਝੋ ਕੁਛ ਨਾ ਕੁਛ ਅਕਲੀਅਤਾਂ ਦੇ ਭਲੇ ਚ ਹੋ ਰਿਹਾ। ਸੋ ਅੱਜ ਵਾਸ਼ਿੰਗਟਨ ਪੋਸਟ ਨੇ ਇੱਕ ਆਰਟੀਕਲ ਓਪੀਨੀਅਨ ਪੇਜ ਦੇ ਥੱਲੇ ਬੀਬੀ ਰੂਪੀ ਕੌਰ, ਇਹ ਬੜੀ ਇਹਨਾਂ ਨੇ ਇਸ ਵੇਲੇ ਪ੍ਰੋਮੀਨੈਂਸ ਲਈ ਹੈ। ਇਹ ਵੈਸੇ ਤਾਂ ਸ਼ਾਇਰ ਨੇ ਔਰ ਇਹਨਾਂ ਦੀ ਇੱਕ ਹੋਮ ਬੋਡੀ ਨਾਂ ਦੀ ਕਿਤਾਬ ਨੇ ਕਾਫੀ ਪਪੂਲੈਰਿਟੀ ਲਈ। ਔਰ ਜੇ ਵਾਸ਼ਿੰਗਟਨ ਪੋਸਟ ਨੇ ਰੂਪੀ ਕੌਰ ਦੀ ਲਿਖਤ ਨੂੰ ਥਾਂ ਦਿੱਤੀ ਹੈ ਤੇ ਜ਼ਾਹਰ ਹੈ ਕਿ ਉਹਨਾਂ ਦਾ ਇੱਕ ਆਪਣਾ ਮੁਕਾਮ ਹੈ। ਟੋਰਾਂਟੋ 'ਚ ਰਹਿੰਦੇ ਨੇ ਔਰ ਬੜੇ ਖੁੱਲ੍ਹ ਕੇ ਜਿਹੜਾ ਹੈ ਉਹ ਗੱਲ, ਔਰ ਇਹ ਜਨਰੇਸ਼ਨ ਇੱਥੋਂ ਦੀ, ਇਹਨਾਂ ਨੂੰ ਇਹ ਪਤਾ ਹੈ ਕਿ ਵੀ ਕੀ ਹੋਇਆ ਜੂਨ 84 'ਚ, ਨਵੰਬਰ 84 'ਚ। ਔਰ ਹੈਡਲਾਈਨ ਇਹਦੀ ਐਸੀ ਹੈ ਕਿ ਹਿੰਦੂਤਵੀ ਜਿਹੜੇ ਨੇ ਪੁੱਠੇ ਹੋ ਕੇ ਗਸ਼ ਖਾ ਕੇ ਡਿੱਗ ਪਏ। ਉਹਦਾ ਆਰਟੀਕਲ ਦੀ ਹੈਡਲਾਈਨ ਹੈ, ਹਿਸਟਰੀ ਸ਼ੋਜ਼ ਪੰਜਾਬ ਹੈਜ਼ ਆਲਵੇਜ਼ ਟੇਕਨ ਔਨ ਟਾਇਰੈਂਟਸ, ਮੋਦੀ ਇਜ਼ ਨੋ ਡਿਫਰੈਂਟ। ਕਿ ਸਾਡਾ ਇਤਿਹਾਸ ਹੀ ਇਹ ਹੈ ਕਿ ਅਸੀਂ ਵੰਗਾਰਦੇ ਹਾਂ ਜ਼ਾਲਮਾਂ ਨੂੰ, ਮੋਦੀ ਕੋ ਨਵਾਂ ਨਹੀਂ ਆਇਆ। ਮਤਲਬ ਇੱਦਾਂ ਦੇ ਅਸੀਂ ਕਈ ਦੇਖੇ ਨੇ। ਔਰ ਮੈਂ ਜਿਹੜਾ ਇਸ ਨੂੰ, ਕਿਉਂਕਿ ਸਾਡੀ ਵਿਊਅਰਸ਼ਿਪ ਵੱਡੀ ਪੰਜਾਬੀ ਸੁਣ ਸਮਝਣ ਵਾਲੀ ਹੈ, ਔਰ ਮੈਂ ਬਹੁਤ ਵਾਰ ਸਮਝਦਾ ਹੁੰਦਾ ਕਿ ਵੀ ਇਹ ਜਿਹੜੇ ਜੈਮ ਨੇ ਜਿਹੜੇ ਅੰਗਰੇਜ਼ੀ ਜਾਂ ਦੂਸਰੀ ਕਿਸੇ ਜ਼ਬਾਨ 'ਚ ਨੇ ਪਹੁੰਚਣੇ ਚਾਹੀਦੇ ਨੇ। ਬਿਲਕੁਲ। ਔਰ ਉਹਦੇ 'ਚ ਸ਼ੁਰੂਆਤ ਹੀ ਉਹਨਾਂ ਨੇ ਕੀਤੀ, ਇਹਨੂੰ ਰਿਡੀਕਿਊਲ ਕਹਿੰਦੇ ਨੇ, ਮਾਈ ਪੀਪਲ ਲਾਫ ਐਟ ਟਾਇਰੈਂਟਸ, ਕਿ ਅਸੀਂ ਪੰਜਾਬ ਦੇ ਲੋਕ, ਅਸੀਂ ਤਾਂ ਜ਼ਾਲਮਾਂ ਤੇ ਹੱਸਦੇ ਹਾਂ। ਹੁਣ ਜ਼ਾਲਮ ਖੌਫਜ਼ਦਾ ਕਰਕੇ ਆਪਣੀ ਗੱਲ ਮਨਾਉਂਦਾ, ਕਹਿੰਦੇ ਵੀ ਸਾਨੂੰ ਤਾਂ ਇਹਨਾਂ ਤੇ ਹਾਸਾ ਆਉਂਦਾ ਹੈ। ਪੰਜਾਬੀਜ਼ ਟੂਡੇ ਸੇ, ਕਿ ਪੰਜਾਬ ਦੇ ਲੋਕ ਇਹ ਕਹਿੰਦੇ ਨੇ, ਵੈਨ ਅਲੈਗਜ਼ੈਂਡਰ ਦਾ ਗ੍ਰੇਟ ਅਟੈਂਪਟਡ ਟੂ ਇਨਵੇਡ ਪੰਜਾਬ ਸੈਂਟ ਹਿਮ ਪੈਕਿੰਗ
what is a Modi to an Alexander the Great? ਉਹਨਾਂ ਕਿਹਾ ਸਿਕੰਦਰ ਵੀ ਆਇਆ ਸੀ ਇੱਥੇ, ਬਿਲਕੁਲ ਪੰਜਾਬੀਆਂ ਨੇ ਬੁਥਾੜ ਭੰਨ ਕੇ ਵਾਪਸ ਮੋੜ ਦਿੱਤਾ ਸੀ। ਇਹ ਮੋਦੀ ਕਿਹੜੀ ਬਾਗ ਦੀ ਮੂਲੀ ਬਾਗ ਹੈ? ਦੀ ਮੂਲੀ, ਹੁਣ ਇਹ ਸ਼ੁਰੂਆਤ ਤੁਸੀਂ ਦੇਖੋ ਵੀ ਹਿੰਦੂ ਤਵੀ ਭੜਕਣ ਨਾਲ ਸੈਂਕੜਿਆਂ ਦੀ ਗਿਣਤੀ ਥੱਲੇ ਕਾਮੈਂਟ ਨੇ ਮੂੰਹ ਚੋਂ ਝੱਗ ਵਗ ਰਹੀ। ਮਤਲਬ ਹੁਣ ਆਰਗੂਮੈਂਟ ਦਾ ਕੋਈ ਜਵਾਬ ਨਹੀਂ, ਔਰ ਉਹਨੇ ਰੂਪੀ ਕੌਰ ਨੇ ਬੜੇ ਸਟਰੋਂਗ ਆਰਗੂਮੈਂਟ ਦੇ ਨਾਲ ਉਹਨੇ ਵਿੱਚ ਵਿਚਾਲਾ ਨਹੀਂ ਰੱਖਿਆ ਜਿਵੇਂ ਇੱਥੋਂ ਦੇ ਕਈ ਐਕੈਡੈਮਿशियन ਰੱਖਣਗੇ ਜੀ वैसे तो बात आपकी भी दुरुस्त है पर गलत वो भी नहीं, मैं तो कोई पोजीशन नहीं ले सकता। नहीं, उन्हें केस प्रेजेंट उन्हें कहा जी हुणे है कि भी जां तुसी साडे नाल हो जां विरोध चो, मतलब उन्होंने एंड च जिहड़ा सवाल छड्डिया कि दसो तुसी किहदे नाल हो, किसानां नाल हो कि हुकूमत नाल हो। फिर उन्होंने कहा भी फॉर Sikhs dissent against oppression is nothing new, we resisted the Mughals for 300 years, we birthed the global resistance against colonial British rule, including one that stretched from the fields of northern California to the villages of Punjab called the Ghadar movement. My parents' generation survived the 1984 Sikh genocide and the decade of state-sponsored violence and extrajudicial killings that followed. उन्होंने कहा जी साडे ਲਈ सिख कौम ਲਈ ਇਹ ਜ਼ਾਲਮ ਨਵੇਂ ਨਹੀਂ ਨੇ। 300 ਸਾਲ ਅਸੀਂ ਮੁਗਲ ਸਾਮਰਾਜ ਦੇ ਖਿਲਾਫ ਲੜੇ ਔਰ ਸਾਡੇ ਵਡੇਰੇ ਬ੍ਰਿਟਿਸ਼ ਦੇ ਖਿਲਾਫ ਕੱਲੇ ਉੱਥੇ ਨਹੀਂ, ਇੱਥੋਂ ਕੈਨੇਡਾ ਤੋਂ ਲੈ ਕੇ ਗਦਰ ਪਾਰਟੀ ਦਾ ਜ਼ਿਕਰ ਕੀਤਾ ਉਹਨਾਂ ਨੇ। ਉਹਨਾਂ ਨੇ ਕਿਹਾ ਮੇਰੇ ਪੇਰੈਂਟਸ ਨੇ 84 ਦਾ ਘੱਲੂਘਾਰਾ ਵੀ ਦੇਖਿਆ ਔਰ ਫਿਰ ਅਗਲੀ ਦਹਾਕੇ 'ਚ ਜਿਹੜਾ ਸਿੱਖ ਨਸਲਕੁਸ਼ੀ ਕੀਤੀ ਜਿਹਦੇ 'ਚ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਔਰ ਸਟੇਟ ਸਪਾਂਸਰਡ ਉਹਨੂੰ ਵੀ ਫੇਸ ਕੀਤਾ ਹੈ। ਇੰਡੀਅਨ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨਾਓ ਜੁਆਇਨਸ ਦਾ ਲੌਂਗ ਹਿਸਟੋਰੀਕਲ ਲਿਸਟ ਆਫ ਟਾਇਰੈਂਟਸ ਪੰਜਾਬ ਹੈਜ਼ ਟੇਕਨ ਔਨ। ਹੁਣ ਇਹ ਨਹੀਂ ਹੈ ਕਿ ਵੀ ਇਹ ਉਹਨਾਂ ਨੇ ਕਿਹਾ ਜੀ ਹੁਣ ਮੋਦੀ ਵੀ ਉਸ ਲਿਸਟ ਸ਼ਾਮਲ ਹੋ ਗਿਆ ਜ਼ਾਲਮਾਂ ਦੀ ਜਿਨ੍ਹਾਂ ਨੂੰ ਪੰਜਾਬ ਨੇ ਵੰਗਾਰਿਆ। ਫਿਰ ਉਹਨਾਂ ਕਿਹਾ ਇਨ ਸਪਟੈਂਬਰ Modi's Bharatiya Janata Party hastily passed 3 farm bills with the stated intent of liberalizing the country's agrarian sector. Farmers see these bills as a ploy to hand over the sector to Modi's billionaire supporters such as Mukesh Ambani and Gautam Adani. On November 25th, tens of thousands of Punjabi farmers and farm workers began marching towards the country's capital, New Delhi. As they peacefully crossed into neighboring Haryana, they were met with tear gas, water cannons, police batons, and road barriers. Now, as winter sets in, not even a bitter, bone-chewing cold has stopped a million protesters from planting their feet at Delhi's borders. बड़ी खूबसूरत इंग्लिश है। उन्होंने ब्रीफ किया, उन्होंने कहा कि भाई ये बीजेपी ने काली दे नाल इस सितंबर के महीने ਜਿਹੜੇ ਪਾਸ ਕੀਤੇ ਔਰ ਇਹਦਾ ਮਕਸਦ ਉਹਦੇ ਮੋਦੀ ਦੇ ਯਾਰਾਂ ਮੁਕੇਸ਼ ਅੰਬਾਨੀ ਔਰ ਗੌਤਮ ਅਡਾਨੀ ਨੂੰ ਫਾਇਦਾ ਪਹੁੰਚਾਉਣਾ ਹੈ। ਔਰ 25 ਨਵੰਬਰ ਨੂੰ ਜਦੋਂ ਪੰਜਾਬ ਦੇ ਕਿਸਾਨ ਜਾਣ ਲੱਗੇ ਹਰਿਆਣੇ ਵਾਲਿਆਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਔਰ ਉਹ ਦਿੱਲੀ ਦੀਆਂ ਬਰੂਹਾਂ ਤੇ ਜਾ ਕੇ ਬੈਠ ਗਏ ਨੇ। ਠੰਡ ਜਿਹੜੀ ਹੈ ਉਹ ਹੱਡ ਤੋੜਨ ਹੱਡ ਭੰਨਣ ਵਾਲੀ ਠੰਡ ਹੈ, ਪਰ ਇਹ ਮਿਲੀਅਨ ਜਿਹੜੇ ਲੋਕ ਨੇ ਉਸ ਦਿੱਲੀ ਦੇ ਬਾਰਡਰ ਦੇ ਉੱਤੇ ਬੈਠ ਕੇ ਇਹਨਾਂ ਨੂੰ ਜਿਹੜਾ ਬੋਨ ਚੂਇੰਗ ਉਸ ਠੰਡ ਦੇ ਬਾਵਜੂਦ ਫਿਰ ਉਹਨਾਂ ਨੇ ਆਪਣਾ ਪਰਸਨਲ ਇੰਟਰਸਟ ਜਿਹੜੀ ਹੈ ਉਹ ਕਨੈਕਸ਼ਨ ਦੀ ਮਾਈ ਆਂਟ like most members of my family in Punjab is a small scale farmer. More than half of India's workforce is in farming with 85% of farmers owning less than 5 acres. They can try to take everything we have. They have tried before. My aunt told us over the phone weeks ago she had just returned from a protest in her village, but our spirit will never extinguish. Quote unquote auntie ਕਹਿ ਰਹੀ ਹੈ। ਹੁਣ ਕਿਉਂਕਿ ਜਦੋਂ ਇੱਥੋਂ ਦੀ ਸਿੱਖ ਕੋਈ ਗੱਲ ਕਰਦੇ ਨੇ ਪਹਿਲਾ ਚਾਰਜ ਹੁੰਦਾ ਹੈ ਜੀ ਇੱਥੇ ਤੁਸੀਂ ਬੈਠੇ ਹੋ ਆਰਾਮ ਨਾਲ ਬੈਠੇ ਹੋ ਜੀ ਤੁਹਾਨੂੰ ਕੀ ਪਤਾ ਉਹ ਉਸ ਟੱਬਰ ਨਾਲ ਬਿਲੋਂਗ ਕਰਦੀ ਹੈ ਜਿਹਦੀ ਆਂਟੀ ਉੱਥੇ ਜਾ ਕੇ ਆਈ ਹੈ ਜਿਹੜੀ ਆਪਣੀ ਕਹਾਣੀ ਦੇ ਰਹੀ ਹੈ ਕਿ ਭਾਈ ਇਹ 85% ਉਹ ਨੇ ਜਿਨ੍ਹਾਂ ਦੇ ਕੋਲ 5 ਏਕੜ ਤੋਂ ਵੀ ਘੱਟ ਹੈ। ਸਾਡੇ ਕੋਲ ਜੋ ਕੁਝ ਸੀ ਬਹੁਤ ਕੁਝ ਪਹਿਲਾਂ ਹੀ ਲੈ ਲਿਆ ਤੇ ਹੁਣ ਜੋ ਹੈ ਉਹ ਵੀ ਲੈਣ ਲਈ ਨੇ ਕਰ ਲੈਣ ਕੋਸ਼ਿਸ਼, ਪਰ ਉਹਨਾਂ ਨੇ ਕਿਹਾ ਕਿ ਵੀ ਸਾਨੂੰ ਉਹ ਮਾਰ ਸਕਦੇ ਨੇ but our spirit will never extinguish. ਇਹ ਸਾਡੇ ਅੰਦਰਲਾ ਜਿਹੜਾ ਵਲਵਲਾ ਹੈ ਜਿਹੜੀ ਜਾਗਦੀ ਸਾਡੀ ਜੋਤ ਹੈ ਬਗਾਵਤ ਦੀ ਚੈਲੰਜ ਦੀ ਉਹਨੂੰ ਖਤਮ ਨਹੀਂ ਕਰ ਸਕਦੇ। Punjab's tradition of resilient defiance is on full display and it is sight to behold. ਉਹਨੇ ਕਿਹਾ ਵੀ ਇਹ ਜਿਹੜੀ ਪੰਜਾਬੀ ਸਪਿਰਿਟ ਹੈ ਵੰਗਾਰ ਦੀ ਜੇ ਉਸ ਦਾ ਜਲਵਾ ਦੇਖਣਾ ਹੈ ਤਾਂ ਉੱਥੇ ਜਾ ਕੇ ਦੇਖੋ। ਉਹਨਾਂ ਨੇ ਕਿਹਾ ਵੀ ਇਹ ਗੱਲ ਦੇਖਦਿਆਂ ਹੀ ਬਣਦੀ ਹੈ
कि वो स्पिरिट की है। Protesters have traveled hundreds of miles by bicycle, tractor, many saying they are prepared to stay for at least 6 months if they have to. The resistance is intersectional. Mazdoors, landless farm laborers, members of Dalit community who have long faced systemic caste-based discrimination are present. Women are leading the way. Farmers from neighboring states such as Haryana, Rajasthan, Madhya Pradesh have joined. Protesters from age 7 to 90 rise from their makeshift beds as the morning cold continues to bite. Some protesters are dying of the cold. Those marching are singing spiritual kirtan. Menstrual products are being freely distributed. Efforts to feed the poor in surrounding areas are currently underway. People gather to cut vegetables for langar, the Sikh practice of making and serving free meals. The community has set up blood donation clinics, gyms and book distribution. Through music and poetry verse, protesters call out the Modi government and India's corporate billionaires. What a scenario. ਉਹ ਸਾਰਾ ਸ਼ਹਿਰ ਜਿਹੜਾ ਵਸਾਇਆ ਹੈ ਉਹਦੇ ਚ ਕੀ ਹੈ ਥ੍ਰਾਈਵਿੰਗ ਸਿਟੀ ਹਫ਼ਤਿਆਂ ਦੇ ਵਿੱਚ 20 ਦਿਨਾਂ ਦੇ ਵਿੱਚ ਜਿਨ੍ਹਾਂ ਨੇ ਸ਼ਹਿਰ ਵਸਾ ਦਿੱਤਾ ਤੇ ਜੇ ਤੁਹਾਨੂੰ ਉਜਾੜਨ ਤੇ ਆ ਗਏ ਤਾਂ ਫਿਰ 20 ਘੰਟੇ ਨਹੀਂ ਲੱਗਣੇ ਇਹ ਇਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਵੀ ਹਾਲ ਦੀ ਘੜੀ ਤਾਂ ਅਸੀਂ ਉਹੀ ਜਿਹੜਾ ਪਹਿਲਾਂ ਜਿਹਨੂੰ ਮੀਰੀ ਤੇ ਪੀਰੀ ਚ ਪਹਿਲਾਂ ਸ਼ਾਂਤਮਈ ਦੀ ਗੱਲ ਹੈ ਤੇ ਫਿਰ ਖਾਲਸੇ ਨੂੰ ਤੇਗ ਬਾਣੀ ਆਉਂਦੀ ਹੈ ਔਰ ਇਹ ਅਲਟੀਮੇਟਲੀ ਇਹਨਾਂ ਨੂੰ ਪਤਾ ਹੈ ਬਾਕੀ ਇੰਦਰਾ ਗਾਂਧੀ ਨੂੰ ਕਾਲ ਕਰਕੇ ਪੁੱਛ ਸਕਦੇ ਨੇ ਕਿ ਭਾਈ ਇਹ ਫਿਰ ਇਹਦਾ ਮਤਲਬ ਕੀ ਹੁੰਦਾ ਹੈ ਲੇਕਿਨ ਇਹ ਸਾਰਾ ਸਿਨੈਰੀਓ ਹੈ ਮੈਂ ਵਕਤ ਵੱਲ ਵੀ ਦੇਖ ਰਿਹਾ ਮੈਂ ਬਿਲਕੁਲ ਲਿਟਰਲ ਨਹੀਂ ਕਰ ਸਕਾਂਗਾ ਦਿਸ ਪ੍ਰੋਟੈਸਟ ਇਜ਼ ਬਿਗਨਿੰਗ ਟੂ ਲੁੱਕ ਮੋਰ ਐਂਡ ਮੋਰ ਲਾਈਕ ਏ ਰੈਵੋਲੂਸ਼ਨ ਬਿਲਕੁਲ ਜਦੋਂ ਅਸੀਂ ਲੋਕ ਕ੍ਰਾਂਤੀ ਕਹਿੰਦੇ ਆ ਇਹ ਹੈ ਕਿ ਵੀ ਇਹ ਹੁਣ ਇੱਕ ਕ੍ਰਾਂਤੀ ਬਣ ਗਿਆ ਇਟ ਹੈਜ਼ ਦਾ ਇੰਡੀਅਨ ਗਵਰਨਮੈਂਟ ਸ਼ੇਕਿੰਗ ਉਹ ਕੰਬ ਵੀ ਰਹੇ ਨੇ ਬਟ ਮੈਨੀ ਆਫ ਅਸ ਵਾਚਿੰਗ ਦਾ ਪ੍ਰੋਟੈਸਟ ਨੋ the ugly reality for minorities in Modi's India and what happens when they speak up against mistreatment ਕਿ ਵੀ ਬੇਸ਼ੱਕ ਸਰਕਾਰ ਕੰਬ ਰਹੀ ਹੈ ਪਰ ਅਸੀਂ ਜਿਨ੍ਹਾਂ ਨੇ ਇਹਨਾਂ ਦਾ ਵਰਤਾਰਾ ਦੇਖਿਆ ਉਹਨਾਂ ਨੂੰ ਕੀ ਵਾਪਰ ਸਕਦਾ ਹੈ ਮਾਈਨੋਰਿਟੀਜ਼ ਨੂੰ ਜਦੋਂ ਕਿ ਉਹ ਆਵਾਜ਼ ਚੁੱਕਦੇ ਨੇ ਹਿਊਮਨ ਰਾਈਟਸ ਵਾਇਓਲੇਸ਼ਨਸ ਹੈਵ ਫੋਲੋਡ ਮੋਦੀ his entire political career. He is a lifelong member of RSS, a right-wing paramilitary Hindu nationalist organization that seeks to turn India into a Hindutavis state. In 2005, Modi was banned from entering United States and Europe for his involvement in the mass murders of 2,000 people, mostly Muslims, during the 2002 Gujarat pogrom, during which he served as the state's chief minister. ਹੁਣ ਇਹਦਾ ਚਿੱਠਾ ਵੀ ਜਿਹਨੂੰ ਕੱਚਾ ਚਿੱਠਾ ਕਹਿੰਦੇ ਨੇ ਕਿ ਇਹ ਮਰਡਰਰ ਇਹਨੇ 2000 ਤੋਂ ਜ਼ਿਆਦਾ ਮੁਸਲਮਾਨ 2002 ਚ ਗੁਜਰਾਤ ਚ ਮਾਰੇ 2005 ਦੇ ਵਿੱਚ ਅਮਰੀਕਾ ਔਰ ਯੂਰਪ 'ਚ ਦੀ ਐਂਟਰੀ ਤੇ ਪਾਬੰਦੀ ਸੀ RSS ਦਾ ਟ੍ਰੇਨਡ ਹੈ ਸਾਰੀ ਜ਼ਿੰਦਗੀ ਉੱਥੇ ਇਹਨੇ ਗੁਜ਼ਾਰੀ ਹੈ ਔਰ ਇਹ RSS ਜਿਹੜੀ ਹੈ ਪੈਰਾਮਿਲਟਰੀ ਹਿੰਦੂ ਨੈਸ਼ਨਲਿਸਟ ਆਰਗੇਨਾਈਜੇਸ਼ਨ ਹੈ ਪੈਰਾਮਿਲਟਰੀ ਦਾ ਮਤਲਬ ਹੈ ਕਿ ਜੰਗਜੂ ਤੌਰ ਤਰੀਕਿਆਂ 'ਚ ਵੀ ਟ੍ਰੇਨਡ ਹੈ when Kashmiris speak up against their struggle the government and its propagandist media labels them terrorists when Muslims speak up they are labeled terrorists when Sikhs speak up we are labeled terrorists. Minorities, intellectuals, student leaders and journalists are labeled anti-national and can be jailed under false allegations for not towing the state's line. ਇਹ ਹੁਣ ਸਾਰੇ ਭਾਰਤ ਦੇ ਵਿੱਚ ਅੱਜ ਕੀ ਵਾਪਰ ਰਿਹਾ ਮੁਸਲਮਾਨ ਬੋਲਣ ਦਹਿਸ਼ਤਗਰਦ ਕਸ਼ਮੀਰੀ ਬੋਲਣ ਦਹਿਸ਼ਤਗਰਦ ਇੰਟੈਲੈਕਚੁਅਲ ਬੋਲਣ ਦਹਿਸ਼ਤਗਰਦ ਸਿੱਖ ਬੋਲਣ ਦਹਿਸ਼ਤਗਰਦ ਔਰ ਉਹਨਾਂ ਨੇ ਹਰ ਇੱਕ ਦੀ ਆਵਾਜ਼ ਜਿਹੜੀ ਆ ਉਹ ਕ੍ਰਸ਼ ਕੀਤੀ ਹੋਈ ਹੈ The Punjabi diaspora has come out in full force supporting the current protests with packed rallies throughout the world to amplify farmers' voices. On December 5th, I went to a car rally that spanned 18 miles in Toronto. In San Francisco, thousands of cars took over the Bay Bridge and caravanned towards the Indian consulate. ਉਹਨਾਂ ਨੇ ਕਿਹਾ ਕਿ ਭਾਈ ਇਹੀ ਨਹੀਂ ਡਾਇਸਪੋਰਾ ਸਿੱਖਾਂ ਨੇ ਜਿੱਥੇ ਨੇ ਉਹਨਾਂ ਨੇ ਤਰਥਲੀ ਲੈ ਆਂਦੀ ਉਹਨਾਂ ਨੇ ਕਿਹਾ ਮੈਂ ਟੋਰਾਂਟੋ ਦੀ ਰੈਲੀ 'ਚ ਗਈ ਹਾਂ 18 ਮੀਲ ਲੰਬੀ ਲਾਈਨ ਗੱਡੀਆਂ ਦੀ ਉਸ ਰੈਲੀ 'ਚ ਔਰ ਸੈਨ ਫਰਾਂਸਿਸਕੋ 'ਚ ਹਜ਼ਾਰਾਂ ਕਾਰਾਂ ਨੇ ਜਿਹੜਾ ਬੇ ਬ੍ਰਿਜ ਜਿਹੜਾ ਕਈ ਘੰਟੇ ਬਲੌਕ ਕਰ ਦਿੱਤਾ ਹੈ ਔਰ ਹਰ ਇੱਕ ਦਾ ਰਸਤਾ ਜਿਹੜਾ ਇੰਡੀਅਨ ਕੌਂਸੂਲੇਟ ਵੱਲ ਜਾ ਰਿਹਾ ਸੀ ਐਜ਼ friends and relatives of those currently protesting in Delhi, we are worried about the potential for retribution the farmers will face. Sikhs are venerated. ये बहुत खूबसूरत एक गाल ने कही है उनके क्या कि भी Sikhs are venerated
when we die for others but are demonized when we stand up for ourselves. ਬਿਲਕੁਲ ਕਿ ਜਦੋਂ ਅਸੀਂ ਦੂਸਰਿਆਂ ਲਈ ਮਰੀਏ ਤੇ ਸਿਰ ਤੇ ਚੁੱਕ ਲੈਂਦੇ ਨੇ ਵਾਹ ਵਾਹ ਵਾਹ, ਤੇ ਆਪਣੇ ਲਈ ਹੋਈਏ ਤੇ ਦਹਿਸ਼ਤਗਰਦ। ਜਿਵੇਂ ਕਿਸੇ ਨੇ ਕਿਹਾ ਸੀ ਕਿ ਇਹਨਾਂ ਲਈ ਮਰੀਏ, ਇਹਨਾਂ ਦੇ ਅਖੌਤੀ ਭਾਰਤ ਮਾਤਾ ਲਈ, ਤੇ ਅਸੀਂ ਜਿਹੜੇ ਆ ਉਹ ਪੈਟਰੀਓਟਿਕ ਹੈ, ਦੇਸ਼ ਭਗਤ ਹੈ, ਔਰ ਜੇ ਇਹਨਾਂ ਦੀ ਹਿੰਦੂਆਂ ਲਈ ਮਰੀਏ ਤੇ ਫਿਰ ਫਰਿਸ਼ਤੇ ਹੈ, ਤੇ ਜੇ ਆਪਣੇ ਆਪ ਲਈ ਮਰੀਏ ਤੇ ਦਹਿਸ਼ਤਗਰਦ ਹੈ। ਸੋ ਉਹਨਾਂ ਨੇ ਕਿਹਾ ਵੀ ਅਸੀਂ ਸਾਰੇ ਹੀ ਵਰੀਡ ਹੈ, ਜਿਨ੍ਹਾਂ ਜਿਹੜੇ ਅਸੀਂ ਦੋਸਤ ਔਰ ਰਿਸ਼ਤੇਦਾਰ ਹੈ ਜਿਹੜੇ ਅੱਜ ਉੱਥੇ ਪੰਜਾਬ ਦੇ ਕਿਸਾਨ ਬੈਠੇ ਨੇ। ਔਰ ਉਹਨਾਂ ਨੇ ਕਿਹਾ ਵੀ ਇਹ ਸਾਡਾ ਹਾਲ ਹੈ। ਸਿੰਸ ਦਾ ਫਾਰਮਰਸ ਸਟਾਰਟਡ ਮਾਰਚਿੰਗ ਟੂ ਦਿੱਲੀ, pro Modi segments of Indian media have gone into overdrive, labeling peaceful protesters as terrorists and anti-nationals. Thus it becomes imperative that the international press show the world what is happening to peaceful protesters and makes an effort to amplify their voices. ਉਹਨਾਂ ਨੇ ਕਿਹਾ ਵੀ ਜਦੋਂ ਦਾ ਉਹਨਾਂ ਨੇ ਮਾਰਚ ਸ਼ੁਰੂ ਕੀਤਾ ਹੈ, ਗੋਦੀ ਮੀਡੀਆ ਉਹੀ ਕੁਝ ਕਰ ਰਿਹਾ ਹੈ ਕਿ ਉਹਨਾਂ ਨੂੰ ਦਹਿਸ਼ਤਗਰਦ ਉਹ ਦੂਸਰਾ ਪ੍ਰੈਜ਼ੈਂਟ ਕਰ ਰਿਹਾ ਹੈ, ਔਰ ਇਹ ਇੰਟਰਨੈਸ਼ਨਲ ਜਿਹੜੇ ਲੋਕ ਨੇ, ਇੰਟਰਨੈਸ਼ਨਲ ਪ੍ਰੈਸ, ਉਹਨਾਂ ਨੂੰ ਜਿਹੜਾ ਹੈ ਉਹਨਾਂ ਦੇ ਉੱਤੇ ਇਹ ਹੁਣ ਜ਼ਿੰਮੇਵਾਰੀ ਆਇਤ ਹੁੰਦੀ ਹੈ ਕਿ ਉਹਨਾਂ ਦੇ ਨਾਲ ਕੀ ਵਾਪਰ ਰਿਹਾ, ਕੀ ਵਾਪਰੇਗਾ, ਔਰ ਇਸ ਉਹਨਾਂ ਦੀ ਆਵਾਜ਼ ਨੂੰ ਜਿਹੜਾ ਆਵਾਜ਼ ਦੇਣ ਦੀ ਕੋਸ਼ਿਸ਼ ਕਰੋ। Dissent is on its last leg in India. Any hope to restore it is tied to the fate of this farmers' protests. Their resistance acts as a last line of defense against a government-backed corporate takeover. An elderly protester recently said, "We have faced bigger tyrants than Modi. As long as there is breath in our lungs, we will keep fighting." ਇਹ ਵੇਲਡ ਵਾਰਨਿੰਗ ਵੀ ਹੈ ਦੁਨੀਆ ਨੂੰ ਕਿ ਭਾਈ ਇਹ ਜਿਹੜਾ ਚੱਲ ਰਿਹਾ ਹੈ ਇਹ ਉਹਨੇ ਮੁਸਲਮਾਨਾਂ, ਦਲਿਤਾਂ, ਕਸ਼ਮੀਰੀਆਂ ਸਭ ਦੀ ਆਵਾਜ਼ ਬੰਦ ਕਰ ਦਿੱਤੀ। ਹੁਣ ਸਿੱਖ ਖਲੋਤੇ ਨੇ, ਪਰ ਜੇ ਕੁਝ ਦੁਬਾਰਾ ਵਾਪਸ ਮੁੜ ਸਕਦੇ ਨੇ ਲੋਕਾਂ ਦੇ ਹੱਕ ਤੇ ਇਸ ਫਾਰਮਰਸ ਪ੍ਰੋਟੈਸਟ ਦੀ ਕਾਮਯਾਬੀ ਹੈ। ਔਰ ਇਹ ਲਾਸਟ ਲਾਈਨ ਹੈ ਡਿਫੈਂਸ ਦੀ ਕਿ ਮੁਰਲੀਆਂ ਲਾਈਨਾਂ ਉਹਨੇ ਉਡਾਤੀਆਂ ਇਹਨਾਂ ਨੇ, ਆਰਐਸਐਸ ਨੇ। ਔਰ ਜੇ ਜਿਹੜਾ ਇਹਨੂੰ ਅਸੀਂ ਰੋਕ ਲਿਆ ਤੇ ਫਿਰ ਇਹ ਜਿਹੜੇ ਗਵਰਨਮੈਂਟ ਦੇ ਇਹ ਹੱਥ ਠੋਕੇ ਨੇ, ਔਰ ਹੱਥ ਠੋਕੇ ਦੋਨੋਂ ਪਾਸੇ ਇੱਕ ਦੂਜੇ ਦੇ ਨੇ, ਕਾਰਪੋਰੇਟ, ਇਹਨਾਂ ਨੂੰ ਅਸੀਂ ਰੋਕ ਲਵਾਂਗੇ। ਔਰ ਜਿਵੇਂ ਉਹਨਾਂ ਨੇ ਇੱਕ ਬਜ਼ੁਰਗ ਪ੍ਰੋਟੈਸਟਰ ਦਾ ਕਿਹਾ ਕਿ ਵੀ ਇਹ ਮੋਦੀ ਕੀ ਹੈ, ਅਸੀਂ ਵੱਡੇ ਦੇਖੇ ਨੇ, ਜਿੰਨੀ ਦੇਰ ਤੱਕ ਸਾਡੇ ਸਾਹ ਹੈ ਅਸੀਂ ਲੜਾਂਗੇ। ਔਰ ਉਹਨੇ ਬੀਬੀ ਨੇ ਜਿਹੜਾ ਰੂਪੀ ਕੌਰ ਨੇ ਕਨਕਲੂਡ ਕੀਤਾ ਦਾ ਅਲਟੀਮੇਟਮ ਇਜ਼ ਕਲੀਅਰ ਕਿ ਇਹ ਹੁਣ ਜੰਗ ਦਾ ਫਾਈਨਲ ਬਿਗਲ ਔਰ ਇਹ ਫਾਈਨਲ ਡਿਫੈਂਸ ਅਸੀਂ ਇਹਨਾਂ ਹਿੰਦੂਤਵੀਆਂ ਨੂੰ ਦੇ ਰਹੇ ਹਾਂ। ਔਰ ultimatum is clear, peace and justice for all minorities or division and polarization. ਜਾਂ ਤਾਂ ਜੇ ਅਸੀਂ ਜਿੱਤੇ ਸਾਰਿਆਂ ਨੂੰ ਨਿਆਂ ਮਿਲੇਗਾ, ਇਨਸਾਫ ਮਿਲੇਗਾ, ਜਸਟਿਸ ਮਿਲੇਗਾ ਔਰ ਅਮਨ ਹੋਏਗਾ, ਨਹੀਂ ਤਾਂ ਵੰਡੀਆਂ ਪੈਣਗੀਆਂ, ਧਰੁਵੀਕਰਨ ਹੋਏਗਾ, ਪਾਲਾਬੰਦੀ ਹੋਏਗੀ। ਡੈਮੋਕ੍ਰੇਸੀ ਔਰ ਮੈਜੋਰਿਟੇਰੀਅਨਿਜ਼ਮ ਕੁਐਸਚਨ ਮਾਰਕ ਕਿ ਜਾਂ ਜਮਹੂਰੀਅਤ ਹੋਏਗੀ ਜਾਂ ਬਹੁ ਗਿਣਤੀ ਹਿੰਦੂਆਂ ਦਾ ਰਾਜ ਹੋਏਗਾ। ਫਾਰਮਰਸ ਔਰ ਮੋਦੀ ਕਿ ਜਾਂ ਫਾਰਮਰ ਜੀਣਗੇ ਜਾਂ ਮੋਦੀ ਹੋਏਗਾ। ਪਿਕ ਯੋਰ ਸਾਈਡ ਕਿ ਇਹ ਵੇੜਾ ਹੈ ਕਿ ਤੁਸੀਂ ਦੱਸੋ ਕਿੱਥੇ ਖੜੇ ਹੋ। ਆਈ ਹੈਵ ਚੋਜ਼ਨ ਮਾਈਨ ਕਿ ਮੈਂ ਆਪਣਾ ਰਸਤਾ ਚੁਣ ਲਿਆ ਕਿ ਮੈਂ ਕਿਹਦੇ ਪਿੱਛੇ ਖਲੋਤੀ ਹਾਂ, ਹੁਣ ਤੁਸੀਂ ਦੱਸੋ ਕੀ ਕਰਨਾ ਹੈ। ਸੋ ਫਖਰ ਵੀ ਮਹਿਸੂਸ ਹੋਇਆ। ਮੈਂ ਕਿਹਾ ਸਾਡੀ ਬੱਚੀ ਇਸ ਮਾਹੌਲ 'ਚ ਪੜ੍ਹੀ, ਉਹਨੇ ਕਿੰਨੀ ਕਲੈਰਿਟੀ ਨਾਲ ਗੱਲ ਕੀਤੀ, ਔਰ ਵਾਸ਼ਿੰਗਟਨ ਪੋਸਟ ਤੱਕ ਪਹੁੰਚਣਾ ਇਹ ਛੋਟੀ ਗੱਲ ਨਹੀਂ। ਸੋ ਮੈਂ ਸਮਝਦਾ ਹਾਂ ਕਿ ਵੀ ਇਹੀ ਸਪਿਰਿਟ ਹੈ ਜਦੋਂ ਅਸੀਂ ਇਹ ਸਾਰੇ ਹੀ ਦਿਨ ਅਗਲੇ 2 ਹਫ਼ਤੇ ਅਨੰਦਪੁਰ ਸਾਹਿਬ ਵੱਲ ਸਾਡੀਆਂ ਨਜ਼ਰਾਂ ਹੋਣਗੀਆਂ। 3 ਸਦੀਆਂ ਪਹਿਲਾਂ ਦਾ ਇਤਿਹਾਸ, ਸਰਸਾ ਦਾ ਕੰਢਾ, ਚਮਕੌਰ ਦੀ ਗੜੀ, ਸਰਹੰਦ ਦੀ ਕੰਧ, ਤੇ ਫਿਰ ਜੇ 10ਵੇਂ ਪਿਤਾ ਨੇ ਆਪਣਾ ਸਰਬੰਸ ਕੁਰਬਾਨ ਕੀਤਾ ਸੀ, ਪੰਥ ਨੂੰ ਜਿਹੜਾ ਉਹ ਜ਼ਿੰਦਗੀ ਦਿੱਤੀ, ਜਿਹਦੇ ਬਾਰੇ ਕਿਸੇ ਨੇ ਕਿਹਾ ਗੁਰੂ ਸਾਹਿਬ ਬਾਰੇ, ਗੁਰੂ ਗੋਬਿੰਦ ਸਿੰਘ ਸਾਹਿਬ ਬਾਰੇ, ਕਿ ਸਾਰੀ ਉਮਰ ਜ਼ਿੰਦਗੀ ਨੂੰ ਜ਼ਿੰਦਗੀ ਦਿੰਦਾ ਰਿਹਾ, ਕਿ ਜ਼ਿੰਦਗੀ ਨੂੰ ਜ਼ਿੰਦਗੀ ਦਿੱਤੀ ਹੈ। ਤੇ ਰਾਖਾ ਤੇ ਪੰਥ ਦਾ ਉਹ ਹੈ, ਫੇਥ ਤਾਂ ਸਾਡਾ ਉੱਥੇ ਹੀ ਖੜਾ ਹੈ। ਇਹ ਇਕਰਾਰਨਾਮਾ ਹੈ 10ਵੇਂ ਪਾਤਸ਼ਾਹ ਦਾ ਪੰਥ ਨਾਲ ਕਿ ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਤਿਸ ਕੇਰੀ। ਸੋ ਕੋਈ ਕਮਜ਼ੋਰ ਸੀ, ਕੋਈ ਕਿਸੇ 'ਚ ਕੋਈ ਸੀ ਨਹੀਂ ਸੀ। ਅੱਜ ਜਿਵੇਂ 30 ਮਿਲੀਅਨ ਸਿੱਖ ਨੇਸ਼ਨ ਖਲੋ ਗਿਆ, ਇਹ ਉਹ ਕਮਾਈ ਹੈ ਜਿਹੜੀ 3 ਸਦੀਆਂ ਪਹਿਲਾਂ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਕੁਰਬਾਨੀਆਂ ਨੇ ਸਿੱਖ ਕੌਮ ਦੇ ਅੰਦਰ ਭਰੀ। ਜੇ ਠੰਡ ਲੱਗਦੀ ਹੈ ਤੇ ਬੁਰਜ ਠੰਡਾ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਦਾ ਹੈ, ਜੇ ਕਿਸੇ ਦਾ ਪੁੱਤ ਮਾਰਿਆ ਜਾਂਦਾ ਹੈ
ਸ਼ਹੀਦ ਹੁੰਦਾ ਹੈ ਤਾਂ ਉਹਨੂੰ ਗੁਰੂ ਗੋਬਿੰਦ ਸਿੰਘ ਦੇ 4 ਪੁੱਤ ਸ਼ਹੀਦ ਹੋਏ ਨਜ਼ਰ ਆਉਂਦੇ ਨੇ। ਤੇ ਜੇ ਕਿਸੇ ਮਾਤਾ ਨੂੰ ਇਹ ਨਜ਼ਰ ਆਉਂਦਾ ਹੈ ਕਿ ਭਾਈ ਮੇਰਾ ਬੱਚਾ ਚਲਾ ਗਿਆ, ਮੇਰਾ ਪੋਤਾ ਤਾਂ ਉਹਨੂੰ ਮਾਤਾ ਗੁਜਰੀ ਯਾਦ ਆਉਂਦੀ। ਜਦੋਂ ਇਹ ਆਈਕਨਸ ਨੇ ਸਾਡਾ ਇਹ ਕੀ ਵਿਗਾੜ ਲੈਣਗੇ ਅਲਟੀਮੇਟਲੀ, ਇਹਨਾਂ ਦਾ ਐਂਡ ਜਿਹੜਾ ਹੈ ਉਹ ਬਹੁਤ ਕਰੀਬ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।